एक पास तो किसान वड्डी गिणती बैठे आ, 4-5 ਥਾਵਾਂ ਦੇ ਉੱਤੇ ਵੱਡੇ ਮੋਰਚੇ ਲੱਗੇ ਹੋਏ ਕਿ ਅਸੀਂ ਜਿਹੜੇ ਗੰਨਾ ਲੈ ਕੇ ਬੈਠੇ ਆ ਸਰਕਾਰ ਮਿੱਲਾਂ ਚਲਾਵੇ। ਦੂਜੇ ਪਾਸੇ ਤੁਸੀਂ ਮਿੱਲਾਂ ਤੋਂ ਬਾਹਰ ਆ ਕੇ ਖੜੇ। ਅਸੀਂ ਉਰੇ ਪਿਛਲੇ ਕਈ ਸਾਲਾਂ ਤੋਂ 15-20 ਸਾਲਾਂ ਤੋਂ ਅਸੀਂ ਠੇਕੇਦਾਰੀ ਸਿਸਟਮ ਦੇ ਅੰਦਰ ਕੰਮ ਕਰਦੇ ਆ ਰਹੇ ਹਾਂ ਜੀ। ਅਸੀਂ ਇਹਨਾਂ ਨੂੰ ਜੀਐਮ ਸਾਹਿਬ ਨੂੰ ਤੇ ਬੋਰਡ ਆਫ ਡਾਇਰੈਕਟਰ ਨੂੰ ਜੀ ਅਸੀਂ ਇਹਨਾਂ ਨੂੰ ਪਿਛਲੇ 1 ਸਾਲ ਤੋਂ ਮੰਗ ਪੱਤਰ ਦਿੰਦੇ ਆ ਰਹੇ ਹਾਂ ਵੀ ਸਾਨੂੰ ਤੁਸੀਂ ਡਾਇਰੈਕਟਰ ਇਹਨਾਂ ਵਿੱਚੋਂ ਆਪਣੇ ਜਿਹੜਾ ਇਹਨਾਂ ਦਾ ਠੇਕੇਦਾਰੀ ਸਿਸਟਮ ਆ ਉਹਦੇ ਵਿੱਚੋਂ ਕੱਢ ਕੇ ਮਿਲ ਰੋਲ ਦੇ ਅੰਦਰ ਕੀਤਾ ਜਾਵੇ। ਪਰ ਇਹਨਾਂ ਨੇ ਸਾਡੀ 1 ਸਾਲ ਤੋਂ ਕੋਈ ਸੁਣਵਾਈ ਨਹੀਂ ਕੀਤੀ ਹੈਗੀ। ਇਹ ਸਾਡੇ ਨਾਲ ਵਿਤਕਰਾ ਕਰਦੇ ਆ ਰਹੇ ਹੈ। ਸਾਨੂੰ ਛੁੱਟੀ ਮਿਲਦੀ ਹੈ, ਸਾਨੂੰ ਉਹ ਇਹਨਾਂ ਨੇ ਸਾਡੀ ਕੈਂਸਲ ਕਰੀ, ਸਾਨੂੰ ਛੁੱਟੀ ਕੋਈ ਨਹੀਂ ਮਿਲਦੀ ਹੈਗੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਸਾਡਾ ਓਵਰ ਟਾਈਮ ਆ ਉਹ ਸਾਨੂੰ ਸਿੰਗਲ ਮਿਲਦਾ, ਓਵਰ ਟਾਈਮ ਡਬਲ ਨਹੀਂ ਮਿਲਦਾ। ਉਸ ਤੋਂ ਬਾਅਦ ਸਾਡਾ ਕੋਈ ਰਿਕਾਰਡ ਨਹੀਂ ਹੈ ਇਹਨਾਂ ਕੋਲ। ਅਸੀਂ ਜੇ ਕੋਈ ਰਿਕਾਰਡ ਮੰਗਦੇ ਹਾਂ ਵੀ ਸਾਡਾ ਰਿਕਾਰਡ ਦੇ ਦਿਓ, ਅਸੀਂ ਕਦੋਂ ਲੱਗੇ ਹੋਏ ਹਾਂ, ਇਹਨਾਂ ਕੋਲ ਸਾਡਾ ਕੋਈ ਰਿਕਾਰਡ ਨਹੀਂ ਹੈ। ਜੇ ਅਸੀਂ ਉਰੇ ਕਿਤੇ ਹਟ ਕੇ ਜਾਂਦੇ ਹਾਂ ਕੋਈ ਵੀ ਸਾਨੂੰ ਇਹ ਐਕਸਪੀਰੀਅੰਸ ਸਰਟੀਫਿਕੇਟ ਕੁਝ ਨਹੀਂ ਦਿੰਦੇ ਹੈਗੇ। ਸਰਕਾਰ ਤਾਂ ਆਪ ਕਹਿ ਰਹੀ ਹੈ ਵੀ ਅਸੀਂ ਹੌਲੀ ਹੌਲੀ ਸਾਰੇ ਠੇਕੇਦਾਰ ਤੇ ਜਿਹੜੇ ਮੁਲਾਜ਼ਮ ਹੈਗੇ ਆ ਠੇਕੇਦਾਰਾਂ ਨੂੰ ਅਸੀਂ ਪਾਸੇ ਕਰ ਦੇਣਾ, ਜਿਹੜੇ ਵਿੱਚੋਂ ਕਮਿਸ਼ਨ ਖਾ ਰਹੇ ਆ, ਵਿੱਚੋਂ ਮੁਨਾਫਾ ਲੈ ਰਹੇ ਆ, ਅਸੀਂ ਸਿੱਧਾ ਨੌਜਵਾਨਾਂ ਨੂੰ ਭਰਤੀ ਕਰਾਂਗੇ। ਫਿਰ ਸਰਕਾਰ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਹੁੰਦੀ। 20 ਤਰੀਕ ਤੋਂ ਚੱਲਣੀ ਹੈ ਫਿਰ ਇਹ ਹੁਣ ਕੀਤਾ ਗਿਆ ਵੀ ਇਹ 20 ਤੋਂ। ਹੁਣ ਅਫਸਰਾਂ ਨੂੰ ਪੁੱਛੋ ਤੁਸੀਂ ਜਾ ਕੇ, ਜੀਐਮ ਸਾਹਿਬ ਨੂੰ ਪੁੱਛੋ ਵੀ ਉਹ ਮਿਲ ਕਿਵੇਂ ਚਲਾਉਣਗੇ ਜੀ। ਪੁੱਛਿਆ ਨਹੀਂ ਤੁਹਾਨੂੰ ਆ ਕੇ ਬਈ ਕੋਈ ਗੱਲ ਨਹੀਂ ਤੁਸੀਂ ਹੁਣ ਆ ਜਾਓ ਵਾਪਸ ਅਸੀਂ ਕਰਾਂਗੇ, ਕੋਈ ਗੱਲਬਾਤ ਨਹੀਂ ਹੋਈ ਅਫਸਰਾਂ ਨਾਲ? ਅਫਸਰ ਪੁੱਛ ਰਹੇ ਨੇ ਜੀ, ਅਫਸਰ ਸਾਡੀ 300 ਰੁਪਏ ਤਨਖਾਹ ਵਧਾ ਰਹੇ ਨੇ ਜੀ। ਅਸੀਂ 300 ਨੂੰ ਕੀ ਕਰਾਂਗੇ ਜੀ? ਉਧਰੋਂ ਕਿਸਾਨ ਰਸਤੇ ਨਹੀਂ ਖੋਲਦੇ, ਇੱਧਰ ਮਿਲ ਨਹੀਂ ਚੱਲਦੀ, ਖੱਜਲ ਖੁਆਰੀ ਤਾਂ ਲੋਕਾਂ ਨੂੰ ਹੋ ਰਹੀ ਹੈ। ਫਿਰ ਉਹ ਕਾਹਤੋਂ? ਉਹਦੇ ਵਿੱਚ ਤੁਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਬਣ ਰਹੇ। ਹੁਣ ਜਿੰਨਾ ਚਿਰ ਇਹ ਸਾਨੂੰ ਮਿਲ ਰੋਲ 'ਚ ਕਰਦੇ ਨਹੀਂ ਹੈਗੇ ਅਸੀਂ ਮਿਲ ਨੂੰ ਇੱਥੇ ਅਸੀਂ ਮਰ ਜਾਾਂਗੇ। ਠੀਕ ਆ, ਅੱਗ ਲਾ ਲਾਂਗੇ ਆਪਣੇ ਆਪ ਨੂੰ, ਨਾ ਅਸੀਂ ਮਿਲ ਤੋਂ ਬਾਹਰ ਜਾਵਾਂਗੇ ਔਰ ਨਾ ਅਸੀਂ ਮਿਲ ਚੱਲਣ ਦੇਵਾਂਗੇ। ਇੱਕ ਪੀਐਨ ਉਰੇ ਕੰਮ ਕਰਨ ਦਾ 18000 ਲੈ ਰਿਹਾ ਹੈ, ਜਿਹੜਾ ਬੰਦਾ ਅੰਦਰ ਮਕੈਨੀਕਲ ਕੰਮ ਕਰਦਾ ਉਹ ਲੈ ਰਿਹਾ 9200 ਜੀ। ਪੀਐਨ ਉਰੇ 18000 ਲੈ ਰਿਹਾ ਕੰਮ ਕਰਨਾ, ਜਿਹੜਾ ਉਹ ਅਨਪੜ੍ਹ। ਕਿੱਦਾਂ ਹੋਏ ਫਿਰ? ਤੁਹਾਨੂੰ ਉਹਨਾਂ ਨੂੰ ਪੁੱਛੋ ਜੀ, ਸਾਨੂੰ ਤਾਂ ਦੱਸਦੇ ਨਹੀਂ ਇਹ। ਸਾਨੂੰ ਤਾਂ ਕਹਿ ਰਹੇ ਆ ਵੀ ਬਸ ਪਾਲਿਸੀ ਹੈ ਜੀ ਇਹ ਮਸਲਾ ਉਹ ਸਮੇਂ 'ਚ ਫਸਿਆ ਹੋਇਆ। ਹੁਣ ਜਦੋਂ ਬਿਲਕੁਲ ਸਾਰੇ ਪਾਸੇ ਪੂਰਾ ਪ੍ਰੈਸ਼ਰ ਲੱਗਿਆ ਹੋਇਆ, ਹੁਣ ਕੋਈ ਅਜਿਹਾ ਫੈਸਲਾ ਵੀ ਉਸ ਦਾ ਜਿਹੜਾ ਬਿਲਕੁਲ ਤੁਹਾਡੇ ਖਿਲਾਫ ਹੋਵੇ। ਜੇ ਸਰਕਾਰ ਨੇ ਇਹ ਕਹਿਤਾ ਵੀ ਸਾਰਿਆਂ ਨੂੰ ਕੱਢ ਦਿਓ, ਨਵੀਂ ਭਰਤੀ ਕਰ ਲਓ। ਅਸੀਂ ਸਰ ਸੜਕਾਂ ਤੇ ਉਤਰਾਂਗੇ, ਕਿਸਾਨ ਜਥੇਬੰਦੀ ਨੂੰ ਬੁਲਾਵਾਂਗੇ, ਇੱਥੇ ਮਰ ਜਾਾਂਗੇ ਅਸੀਂ, ਪਰ ਅੰਦਰ ਨਹੀਂ ਜਾਵਾਂਗੇ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਪਾਰਟੀ ਦਾਅਵਾ ਕਰਦੀ ਹੈ, ਬਹੁਤ ਸਾਰੇ ਵਾਅਦੇ ਲੋਕਾਂ ਦੇ ਨਾਲ ਕੀਤੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਲੋਕ ਧਰਨਿਆਂ ਦੇ ਉੱਤੇ ਨਹੀਂ ਬਹਿਣਗੇ, ਟੈਂਕੀਆਂ ਤੇ ਨਹੀਂ ਚੜ੍ਹਨਗੇ, ਜਾਂ ਕਹਿ ਲਈਏ ਕਿ ਜੋ ਮਾਹੌਲ ਪੰਜਾਬ ਦੇ ਵਿੱਚ ਪਹਿਲਾਂ ਦੇਖਣ ਨੂੰ ਮਿਲਦਾ ਸੀ, ਬੇਰੁਜ਼ਗਾਰ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਸੀ, ਉਹ ਮਾਹੌਲ ਨਹੀਂ ਦੇਖਣ ਨੂੰ ਮਿਲੂਗਾ। ਪਰ ਤਕਰੀਬਨ ਹੁਣ 7 ਮਹੀਨੇ ਅਜੇ ਸਰਕਾਰ ਬਣੀ ਨੂੰ ਹੋਏ ਨੇ, ਫਿਰ ਲੋਕ ਸੜਕਾਂ ਦੇ ਉੱਤੇ ਆਉਣੇ ਸ਼ੁਰੂ ਹੋ ਗਏ ਨੇ। ਜਿੱਥੇ ਇੱਕ ਪਾਸੇ ਕਿਸਾਨ ਸੜਕਾਂ ਰੋਕੀ ਬੈਠੇ ਨੇ, ਹੋਰ ਬਹੁਤ ਸਾਰੇ ਕੱਚੇ ਮੁਲਾਜ਼ਮ ਟੈਂਕੀਆਂ ਤੇ ਚੜ੍ਹੇ ਹੋਏ ਨੇ ਜਾਂ ਆਪਣੇ ਵਿਭਾਗਾਂ ਦੇ ਬਾਹਰ ਧਰਨਿਆਂ ਦੇ ਉੱਤੇ ਬੈਠੇ ਨੇ। ਤਾਂ ਅੱਜ ਇੱਕ ਹੋਰ ਤੁਹਾਨੂੰ ਧਰਨਾ ਦਿਖਾ ਦਿੰਦੇ ਆ, ਜਿਹੜਾ ਕਿ ਸ਼ੂਗਰ ਮਿਲ ਦੇ ਵਿੱਚ ਲੱਗਿਆ। ਇੱਕ ਪਾਸੇ ਕਿਸਾਨ ਸੜਕਾਂ ਦੇ ਉੱਤੇ ਆ ਕਿ ਮਿੱਲਾਂ ਚਲਾਓ, ਦੂਜੇ ਪਾਸੇ ਮਿੱਲ ਦੇ ਵਰਕਰ ਮਿੱਲ ਤੋਂ ਬਾਹਰ ਨਿਕਲ ਕੇ ਬਹਿ ਗਏ ਕਿ ਅਸੀਂ ਮਿੱਲ ਚੱਲਣ ਨਹੀਂ ਦੇਣੀ। ਗੱਲਬਾਤ ਕਰਦੇ ਆ ਬਾਈ, ਕੀ ਚੱਕਰ ਆ, ਕੀ ਕਾਰਨ ਬਣ ਗਿਆ ਬਾਈ? ਇੱਕ ਪਾਸੇ ਤਾਂ ਕਿਸਾਨ ਵੱਡੀ ਗਿਣਤੀ 'ਚ ਬੈਠੇ ਆ, 4-5 ਥਾਵਾਂ ਦੇ ਉੱਤੇ ਵੱਡੇ ਮੋਰਚੇ ਲੱਗੇ ਹੋਏ ਕਿ ਅਸੀਂ ਜਿਹੜੇ ਗੰਨਾ ਲੈ ਕੇ ਬੈਠੇ ਆ ਸਰਕਾਰ ਮਿੱਲਾਂ ਚਲਾਵੇ। ਦੂਜੇ ਪਾਸੇ ਤੁਸੀਂ ਮਿੱਲਾਂ ਤੋਂ ਬਾਹਰ ਆ ਕੇ ਖੜ ਗਏ। ਅਸੀਂ ਉਰੇ ਪਿਛਲੇ ਕਈ ਸਾਲਾਂ ਤੋਂ 15-20 ਸਾਲਾਂ ਤੋਂ ਅਸੀਂ ਠੇਕੇਦਾਰੀ ਸਿਸਟਮ ਦੇ ਅੰਦਰ ਕੰਮ ਕਰਦੇ ਆ ਰਹੇ ਹਾਂ ਜੀ। ਅਸੀਂ ਇਹਨਾਂ ਨੂੰ ਜੀਐਮ ਸਾਹਿਬ ਨੂੰ ਤੇ ਬੋਰਡ ਆਫ ਡਾਇਰੈਕਟਰ ਨੂੰ ਜੀ ਅਸੀਂ ਇਹਨਾਂ ਨੂੰ ਪਿਛਲੇ 1 ਸਾਲ ਤੋਂ ਮੰਗ ਪੱਤਰ ਦਿੰਦੇ ਆ ਰਹੇ ਹਾਂ ਵੀ ਸਾਨੂੰ ਤੁਸੀਂ ਡਾਇਰੈਕਟਰ ਇਹਨਾਂ ਵਿੱਚੋਂ ਆਪਣੇ ਜਿਹੜਾ ਇਹਨਾਂ ਦਾ ਠੇਕੇਦਾਰੀ ਸਿਸਟਮ ਆ ਉਹਦੇ ਵਿੱਚੋਂ ਕੱਢ ਕੇ ਮਿਲ ਰੋਲ ਦੇ ਅੰਦਰ ਕੀਤਾ ਜਾਵੇ। ਪਰ ਇਹਨਾਂ ਨੇ ਸਾਡੀ 1 ਸਾਲ ਤੋਂ ਕੋਈ ਸੁਣਵਾਈ ਨਹੀਂ ਕੀਤੀ ਹੈਗੀ। ਇਹ ਸਾਡੇ ਨਾਲ ਵਿਤਕਰਾ ਕਰਦੇ ਆ ਰਹੇ ਹੈ। ਇਹ ਠੇਕੇਦਾਰੀ ਸਿਸਟਮ ਤੋਂ ਸਾਨੂੰ ਤਾਂ ਨਹੀਂ ਕੱਢ ਰਹੇ ਹੈਗੇ, ਜਿਹੜੀਆਂ ਮਿਲ ਦੀਆਂ ਸਹੂਲਤਾਂ ਜੋ ਵੀ ਸਰਕਾਰ ਸਹੂਲਤਾਂ ਦਿੰਦੀ ਆ ਉਹਨਾਂ ਤੋਂ ਸਾਨੂੰ ਵਾਂਝੇ ਰੱਖਿਆ ਗਿਆ। ਜਿਵੇਂ ਕਿ ਸਾਨੂੰ ਛੁੱਟੀ ਮਿਲਦੀ ਹੈ, ਸਾਨੂੰ ਉਹ ਇਹਨਾਂ ਨੇ ਸਾਡੀ ਕੈਂਸਲ ਕਰੀ, ਸਾਨੂੰ ਛੁੱਟੀ ਕੋਈ ਨਹੀਂ ਮਿਲਦੀ ਹੈਗੀ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਸਾਡਾ ਓਵਰ ਟਾਈਮ ਆ ਉਹ ਸਾਨੂੰ ਸਿੰਗਲ ਮਿਲਦਾ, ਓਵਰ ਟਾਈਮ ਡਬਲ ਨਹੀਂ ਮਿਲਦਾ। ਉਸ ਤੋਂ ਬਾਅਦ ਸਾਡਾ ਕੋਈ ਰਿਕਾਰਡ ਨਹੀਂ ਹੈ ਇਹਨਾਂ ਕੋਲ। ਅਸੀਂ ਜੇ ਕੋਈ ਰਿਕਾਰਡ ਮੰਗਦੇ ਹਾਂ ਵੀ ਸਾਡਾ ਰਿਕਾਰਡ ਦੇ ਦਿਓ, ਅਸੀਂ ਕਦੋਂ ਲੱਗੇ ਹੋਏ ਹਾਂ, ਇਹਨਾਂ ਕੋਲ ਸਾਡਾ ਕੋਈ ਰਿਕਾਰਡ ਨਹੀਂ ਹੈ। ਜੇ ਅਸੀਂ ਉਰੇ ਕਿਤੇ ਹਟ ਕੇ ਜਾਂਦੇ ਹਾਂ ਕੋਈ ਵੀ ਸਾਨੂੰ ਇਹ ਐਕਸਪੀਰੀਅੰਸ ਸਰਟੀਫਿਕੇਟ ਕੁਝ ਨਹੀਂ ਦਿੰਦੇ ਹੈਗੇ। ਸਾਡਾ ਉਰੇ ਕੋਈ ਰਿਕਾਰਡ ਹੀ ਨਹੀਂ ਹੈ। ਸਾਨੂੰ ਆਈ ਵਾਰੀ ਸੈਕਸ਼ਨਾਂ ਇਹਨਾਂ ਤੋਂ ਮਿੰਨਤਾਂ ਕਰ ਸਾਨੂੰ ਸੈਕਸ਼ਨਾਂ ਕਰਾਉਣੀਆਂ ਪੈਂਦੀਆਂ ਵੀ ਸਾਡੀਆਂ ਸੈਕਸ਼ਨਾਂ ਤੁਸੀਂ ਕਰ ਦਿਓ। ਠੀਕ ਹੈ ਜੀ। ਉਰੇ ਇੱਕ ਬੰਦਾ 4-4 ਜਣਿਆਂ ਦਾ ਕੰਮ ਕਰ ਰਿਹਾ ਹੈ। ਮੁਲਾਜ਼ਮ ਘੱਟ ਨੇ, ਕੰਮ ਵੱਧ ਨੇ। ਅਸੀਂ ਇਹਨਾਂ ਨੂੰ ਇਹੀ ਦੁਬਾਰਾ ਬੇਨਤੀ ਕਰ ਰਹੇ ਸੀਗੇ ਵੀ ਤੁਸੀਂ ਸਾਨੂੰ ਠੇਕੇਦਾਰੀ ਸਿਸਟਮ ਚੋਂ ਕੱਢ ਕੇ ਮਿਲ ਰੋਲ ਦੇ ਅੰਦਰ ਕਰ ਦਿਓ, ਪਰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ। ਸਰਕਾਰ ਤਾਂ ਆਪ ਕਹਿ ਰਹੀ ਹੈ ਵੀ ਅਸੀਂ ਹੌਲੀ ਹੌਲੀ ਸਾਰੇ ਠੇਕੇਦਾਰ ਤੇ ਜਿਹੜੇ ਮੁਲਾਜ਼ਮ ਹੈਗੇ ਆ ਠੇਕੇਦਾਰਾਂ ਨੂੰ ਅਸੀਂ ਪਾਸੇ ਕਰ ਦੇਣਾ, ਜਿਹੜੇ ਵਿੱਚੋਂ ਕਮਿਸ਼ਨ ਖਾ ਰਹੇ ਆ, ਵਿੱਚੋਂ ਮੁਨਾਫਾ ਲੈ ਰਹੇ ਆ, ਅਸੀਂ ਸਿੱਧਾ ਨੌਜਵਾਨਾਂ ਨੂੰ ਭਰਤੀ ਕਰਾਂਗੇ। ਫਿਰ ਸਰਕਾਰ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਹੁੰਦੀ? ਅਸੀਂ ਬਥੇਰੀਆਂ
ਐਪਲੀਕੇਸ਼ਨਾਂ ਦੇ ਲਈਆਂ ਜੀ ਭਗਵੰਤ ਮਾਨ ਸਾਹਿਬ ਨੂੰ ਵੀ ਦੇ ਲਈਆਂ ਜੀ, GM ਸਾਹਿਬ ਨੂੰ ਦੇ ਲਈਆਂ, MD ਸਾਹਿਬ ਨੂੰ ਦੇ ਲਈਆਂ, ਬੋਰਡ ਆਫ ਡਾਇਰੈਕਟਰ ਨੂੰ ਦੇ ਲਈਆਂ ਜੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਇਹਨਾਂ ਨੇ 7 ਤੋਂ 10 ਦਿਨ ਦਾ ਟਾਈਮ ਮੰਗਿਆ ਸੀਗਾ ਜੀ, ਅਸੀਂ ਇਹਨਾਂ ਨੂੰ ਅਲਟੀਮੇਟ ਦੇਤਾ, ਚਿੱਠੀਆਂ ਦੇਤੀਆਂ ਜੀ, ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ। ਅੱਕ ਕੇ ਅਸੀਂ 11 ਤਰੀਕ ਤੋਂ ਅਸੀਂ ਕੰਮ ਛੱਡੀ ਬੈਠੇ ਹਾਂ ਇੱਥੇ। 11 ਤਰੀਕ ਦੀ ਸਾਡੀ ਇਹ ਕੋਈ ਸੁਣਵਾਈ ਨਹੀਂ ਕਰਦੇ ਹੈਗੇ, ਕੰਮ ਛੱਡ ਕੇ ਅਸੀਂ ਬੈਠੇ ਹਾਂ ਅੰਦਰ ਮਿਲ ਦੇ ਵਿੱਚ। ਹਲੇ ਵੀ ਰਿਪੇਅਰ ਦਾ ਜੀ, ਜੇ ਅਸੀਂ ਅੱਜ ਵੀ ਅੰਦਰ ਰਿਪੇਅਰ ਕਰਨ ਲੱਗਦੇ ਹਾਂ ਤਾਂ ਘੱਟੋ ਘੱਟ ਵੀ 15-20 ਦਿਨ ਦਾ ਕੰਮ ਪੈਂਡਿੰਗ ਪਿਆ ਜੀ। 15-20 ਦਿਨ ਦਾ ਕੰਮ ਪੈਂਡਿੰਗ ਪਿਆ ਤੁਸੀਂ ਕਹਿੰਦੇ ਹੋ, ਚੱਲਣੀ ਕਦੋਂ ਮਿਲ ਤਾਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵੀ 20 ਤਰੀਕ ਤੋਂ ਮਿਲਾਂ ਚਲਾਓ ਜੀ। 20 ਤਰੀਕ ਤੋਂ ਚੱਲਣੀ ਹੈ, ਫਿਰ ਇਹ ਹੁਣ ਕੀਤਾ ਗਿਆ ਵੀ ਇਹ 20 ਤੋਂ। ਹੁਣ ਅਫਸਰਾਂ ਨੂੰ ਪੁੱਛੋ ਤੁਸੀਂ ਜਾ ਕੇ, GM ਸਾਹਿਬ ਨੂੰ ਪੁੱਛੋ ਵੀ ਉਹ ਮਿਲ ਕਿਵੇਂ ਚਲਾਉਣਗੇ ਜੀ। ਘੱਟੋ ਘੱਟ ਵੀ ਸਾਡਾ ਅੰਦਰ 20 ਦਿਨ ਦਾ ਕੰਮ ਪਿਆ, ਰਿਪੇਅਰ ਦਾ ਕੰਮ ਪਿਆ। ਉਸ ਤੋਂ ਰਿਪੇਅਰ ਪੂਰੀ ਹੋਣ ਤੋਂ ਬਾਅਦ ਸਾਡੀਆਂ ਟਰੈਲਾਂ ਹੋਣੀਆਂ, ਟਰੈਲਾਂ ਦੇ ਵਿੱਚ ਜੇ ਕੋਈ ਫਾਲਟ ਹੁੰਦਾ ਉਹ ਫਾਲਟ ਵੀ ਕੱਢਣਾ ਸੀ, ਠੀਕ ਆ। ਫਿਰ ਉਸ ਤੋਂ ਬਾਅਦ ਮਿਲ ਸਹੀ ਚੱਲਣੀ ਆ। ਅਫਸਰਾਂ ਨੇ ਪੁੱਛਿਆ ਨਹੀਂ ਤੁਹਾਨੂੰ ਆ ਕੇ ਬਈ ਕੋਈ ਗੱਲ ਨਹੀਂ ਤੁਸੀਂ ਹੁਣ ਆ ਜਾਓ ਵਾਪਸ ਅਸੀਂ ਕਰਾਂਗੇ, ਕੋਈ ਗੱਲਬਾਤ ਨਹੀਂ ਹੋਈ ਅਫਸਰਾਂ ਨਾਲ? ਅਫਸਰ ਪੁੱਛ ਰਹੇ ਨੇ ਜੀ, ਅਫਸਰ ਸਾਡੀ 300 ਰੁਪਏ ਤਨਖਾਹ ਵਧਾ ਰਹੇ ਨੇ ਜੀ, ਅਸੀਂ 300 ਨੂੰ ਕੀ ਕਰਾਂਗੇ ਜੀ। ਅਸੀਂ ਇਹਨਾਂ ਨੂੰ ਇਹ ਗੱਲ ਕਹਿ ਰਹੇ ਹਾਂ ਵੀ ਸਾਨੂੰ ਮਿਲ ਰੋਲ ਤੇ ਤੁਸੀਂ ਕਰ ਦਿਓ ਜੋ ਉਹਦੀ ਪਾਲਿਸੀ ਆ, ਮਿਲ ਰੋਲ ਦੀ ਜੋ ਵੀ ਪਾਲਿਸੀ ਆ ਉਹਦੇ ਵਿੱਚ ਜੋ ਤਨਖਾਹ ਜੋ ਬਣਦੀ ਆ ਸਾਨੂੰ ਉਹ ਦੋ ਹੱਕ ਦੋ ਸਾਡਾ, ਅਸੀਂ ਜਾ ਕੇ ਕੰਮ ਤੇ ਲੱਗਦੇ ਹਾਂ। ਪਰ ਇਹ ਸਾਡੀ ਕੋਈ ਸੁਣਵਾਈ ਨਹੀਂ ਕਰਦੇ, ਠੀਕ ਆ ਜੀ। ਇੱਕ ਬੰਦਾ ਉਰੇ 9200 ਤੇ ਕੰਮ ਕਰ ਰਿਹਾ ਜੀ, 9200 ਦੇ ਵਿੱਚੋਂ ਉਹਦਾ PF ਕੱਟ ਹੋ ਰਿਹਾ, ਠੀਕ ਹੈ ਜੀ। ਜਿਹੜਾ PF ਸਾਡਾ ਇੰਨਾ ਬੁਰਾ ਹਾਲ ਆ PF ਦਾ ਜੀ, ਸਾਡੇ 3-3 UN ਨੰਬਰ ਨੇ ਜੀ, ਜਿਹੜੇ ਇੱਕ ਵਰਕਰ ਦਾ ਇੱਕ UN ਨੰਬਰ ਹੋਣਾ ਚਾਹੀਦਾ ਜੀ, ਸਾਡੇ 3-3 UN ਨੰਬਰ ਬਣੇ ਹੋਏ ਨੇ ਜੀ। ਉਹਦੇ ਵਾਸਤੇ ਵੀ ਜੇ ਅਸੀਂ ਫੰਡ ਕਢਾਉਣ ਵਾਸਤੇ ਦਰਖਾਸਤ ਕਰਦੇ ਹਾਂ, ਐਪਲੀਕੇਸ਼ਨ ਦਿੰਦੇ ਹਾਂ ਤਾਂ KYC ਕਰਾਉਣੀ ਪੈਂਦੀ ਆ। ਜਿਹੜਾ ਪਹਿਲਾ ਉਰੇ ਸੀਗਾ ਠੇਕੇਦਾਰ ਸੀਗਾ ਉਹ KYC ਕਰਨ ਦੇ ਸਾਤੋਂ ਪੈਸੇ ਮੰਗਦਾ, ਅਸੀਂ 2-2000 ਰੁਪਏ ਕਢਾਉਣ ਵਾਸਤੇ 500-500 ਰੁਪਏ ਉਹਨੂੰ KYC ਕਰਾਉਣ ਦਾ ਦੇ ਰਹੇ ਹਾਂ, ਉਹ ਸਾਡਾ ਫੰਡ ਰੋਲਦਾ। ਉਸ ਤੋਂ ਬਾਅਦ ਜਿਹੜਾ EMI ਕਾਰਡ ਬਣਦਾ ਹੁੰਦਾ ਜੀ, ਉਹ ਹਾਂਜੀ EAC, ਉਹ ਕਾਰਡ ਦੀ ਇਹਨਾਂ ਨੇ ਉਹ ਕਾਰਡ ਤਾਂ ਵੈਲਿਡ ਹੁੰਦਾ ਜੇ ਆਪਾਂ ਉਹਨੂੰ ਰੈਗੂਲਰ ਆਪਾਂ ਉਹਦੇ ਵਿੱਚ ਘਟਾਉਂਦੇ ਰਹੀਏ, ਪਰ ਸਾਡੀ ਤਾਂ ਇਹ ਬ੍ਰੇਕਫਾਸਟ ਨਹੀਂ ਹੈ ਜੀ। ਚਲੋ ਭਾਈ ਉਹ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਮੰਗਾਂ ਅਲੱਗ ਆ। ਹੁਣ ਇੱਕ ਪਾਸੇ ਕਿਸਾਨ ਬੈਠੇ ਸੜਕਾਂ ਦੇ ਉੱਤੇ, ਉਹ ਕਹਿੰਦੇ ਮਿੱਲਾਂ ਚਲਾਓ, ਅਸੀਂ ਉਦੋਂ ਤੱਕ ਅਸੀਂ ਰਸਤੇ ਨਹੀਂ ਜਿਹੜੇ ਖੁੱਲਣੇ ਜਦੋਂ ਤੱਕ ਸਰਕਾਰ ਸਾਡਾ ਗੰਨਾ ਜਿਹੜਾ ਮਿੱਲਾਂ 'ਚ ਪਹੁੰਚਦਾ ਨਹੀਂ। ਇਹ ਵੀ ਉਹਨਾਂ ਦੀ ਇੱਕ ਮੰਗ ਆ ਉਹਦੇ ਵਿੱਚ। ਤੇ ਹੁਣ ਜੇ ਉਧਰੋਂ ਕਿਸਾਨ ਰਸਤੇ ਨਹੀਂ ਖੋਲਦੇ, ਇੱਧਰ ਮਿਲ ਨਹੀਂ ਚੱਲਦੀ, ਖੱਜਲ ਖੁਆਰੀ ਤਾਂ ਲੋਕਾਂ ਨੂੰ ਹੋ ਰਹੀ ਆ, ਫਿਰ ਉਹ ਕਾਹਤੋਂ? ਉਹਦੇ ਵਿੱਚ ਤੁਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਬਣ ਰਹੇ। ਅਸੀਂ ਦੇਖੋ ਅਸੀਂ ਵੀ ਕਿਸਾਨ ਆ ਜੀ, ਮੇਰਾ 2000 ਕੁਇੰਟਲ ਗੰਨਾ ਮਿਲ ਦੇ ਵਿੱਚ ਆਉਂਦਾ ਜੀ, ਅਸੀਂ ਵੀ ਕਿਸਾਨ ਆ, ਪਰ ਅਸੀਂ ਮਜਬੂਰ ਆ ਜੀ। ਅਸੀਂ ਦੱਸੋ ਕੀ ਕਰੀਏ, ਸਾਡੀ ਇਹ ਮੰਗਾਂ ਨਹੀਂ ਸੁਣ ਰਹੇ। ਅਸੀਂ ਇਹਨਾਂ ਨੂੰ 1 ਸਾਲ ਤੋਂ ਕਹਿੰਦੇ ਆ ਰਹੇ ਹਾਂ ਵੀ ਸਾਨੂੰ ਤੁਸੀਂ ਇਹਦੇ ਵਿੱਚੋਂ ਕੱਢ ਕੇ ਸਿਸਟਮ ਚੋਂ ਕੱਢ ਕੇ ਠੇਕੇਦਾਰੀ ਚੋਂ ਮਿਲ ਰੋਲ ਚੋਂ ਕਰ ਦਿਓ। ਇਹ ਸਾਡੀ ਕੋਈ ਸੁਣਵਾਈ ਨਹੀਂ ਕਰਦੇ, ਅਸੀਂ ਮਜਬੂਰ ਹੋ ਕੇ ਅੱਕ ਕੇ ਅਸੀਂ ਇਹ ਧਰਨੇ ਤੇ ਬੈਠੇ ਹਾਂ ਜੀ। ਹੁਣ ਜਿੰਨਾ ਚਿਰ ਇਹ ਸਾਨੂੰ ਮਿਲ ਰੋਲ ਚ ਕਰਦੇ ਨਹੀਂ ਹੈਗੇ, ਅਸੀਂ ਮਿਲ ਨੂੰ ਇੱਥੇ ਅਸੀਂ ਮਰ ਜਾਾਂਗੇ, ਠੀਕ ਆ। ਅੱਗ ਲਾ ਲਾਂਗੇ ਆਪਣੇ ਆਪ ਨੂੰ, ਨਾ ਅਸੀਂ ਮਿਲ ਤੋਂ ਬਾਹਰ ਜਾਵਾਂਗੇ ਔਰ ਨਾ ਅਸੀਂ ਮਿਲ ਚੱਲਣ ਦੇਵਾਂਗੇ ਜੀ। ਬਈ ਬਹੁਤ ਸਾਰੇ ਲੋਕ ਹੋਰ ਬੜੇ ਕੰਮ ਕਰਦੇ ਆ ਜੀ, ਕਿਸੇ ਕੰਮ 'ਚ ਫਾਇਦਾ ਨਹੀਂ ਹੁੰਦਾ ਅਗਲਾ ਛੱਡ ਕੇ ਦੂਜੇ ਪਾਸੇ ਲੱਗ ਜਾਂਦਾ। 15 ਸਾਲ ਲੱਗੇ ਨੂੰ ਹੋ ਗਏ ਸਾਨੂੰ, ਅਸੀਂ ਕਿੱਥੇ ਜਾਈਏ? ਜਵਾਕ ਸਾਡੇ ਬਰਾਬਰ ਦੇ ਹੋ ਗਏ ਜੀ। ਇੱਕ ਮੁੰਡਾ ਉਰੇ 2000 ਸੰਨ ਦਾ ਲੱਗਿਆ ਵਾ, ਅਪ੍ਰੈਂਟਿਸ ਉਹਨੇ 2000 ਸੰਨ ਚੋਰੇ ਕਰੀ ਤੀ, ਉਹਦੀ 30 ਬਰਾਬਰ ਦੀ ਹੋ ਗਈ। ਉਹ ਕਿੱਧਰ ਜਾਵੇ ਛੱਡ ਕੇ ਜੀ? ਹੁਣ ਜੇ ਅਸੀਂ ਛੱਡ ਕੇ ਕਿਧਰੇ ਪਾਸੇ ਜਾਂਦੇ, ਸਾਨੂੰ ਐਕਸਪੀਰੀਅੰਸ ਸਰਟੀਫਿਕੇਟ ਨਹੀਂ ਦਿੰਦੇ ਜੀ। ਇਹ ਕੋਈ ਸਾਡਾ ਉਰੇ ਰਿਕਾਰਡ ਨਹੀਂ ਹੈ, ਕੋਈ ਰਿਕਾਰਡ ਨਹੀਂ ਸਾਨੂੰ ਕੱਢ ਕੇ ਦਿੰਦੇ। ਸਾਡਾ ਕੋਈ ਮਤਲਬ ਕਿ ਇਹਨਾਂ ਕੋਲ ਇਹ ਨਹੀਂ ਪਤਾ ਹੈਗਾ ਵੀ ਇਹ ਕਦੇ ਲੱਗੇ ਬਨੋਰੀ ਜੀ। ਸਰਕਾਰ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੀ ਨੀਅਤ ਨਹੀਂ ਹੈਗੀ, ਜਾਂ ਸਰਕਾਰ ਤਾਂ ਕਹਿੰਦੀ ਸਾਨੂੰ ਸਮਾਂ ਦਿਓ ਥੋੜਾ ਜਿਹਾ ਅਸੀਂ ਕਰਾਂਗੇ? ਹੁਣ ਇੰਨੀ ਛੇਤੀ ਇੱਕੋ ਦਮ ਤਾਂ ਸਾਰੇ ਮਸਲੇ 70 ਸਾਲਾਂ ਦੇ ਉਲਝੇ ਹੋਏ ਆ, ਕਿੱਦਾਂ ਕਰੀਏ? ਬਿਲਕੁਲ ਜੀ, ਤੁਹਾਡੀ ਗੱਲ ਨਾਲ ਅਸੀਂ ਬਿਲਕੁਲ ਸਹਿਮਤ ਹੈ, ਪਰ ਗੱਲ ਇਹ ਹੈ ਕਿ ਸਾਡੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚੇ ਜੀ, ਅਸੀਂ ਮੈਨੇਜਮੈਂਟ ਤੱਕ ਆਪਣੀ ਅਪਰੋਚ ਕਰ ਲਈ, ਅੰਤ ਦੀ ਆਈ ਨੂੰ ਸਰਕਾਰ ਤੱਕ ਆਵਾਜ਼ ਪਹੁੰਚਾਉਣੇ ਖਾਤਰ ਅਸੀਂ ਧਰਨੇ ਤੇ ਬੈਠੇ। ਅਸੀਂ ਮਜਬੂਰ ਹਾਂ, ਸਾਨੂੰ ਚਾਅ ਨਹੀਂ ਜੀ ਹੈਗਾ ਕਿ ਅਸੀਂ ਧਰਨੇ ਤੇ ਬੈਠੀਏ, ਅਸੀਂ ਆਪਣੇ ਅਦਾਰੇ ਨੂੰ ਰੋਕ ਕੇ ਆਪਣਾ ਕੰਮ ਖਰਾਬ ਕਰੀਏ। ਸਾਨੂੰ ਬਹੁਤ ਦੁੱਖ ਹੈ ਜੀ, ਅਸੀਂ ਲੇਟ ਹੋ ਰਹੇ ਹਾਂ ਆਪਣੇ ਕੰਮ ਤੋਂ, ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ। ਹਾਂਜੀ, ਜੇ ਹੁਣ ਸਰਕਾਰ ਜਿਹੜੀ ਹੈਗੀ ਹੈ, ਕੋਈ ਇੱਧਰ ਤੁਹਾਡਾ ਅਦਾਰਾ, ਤੁਹਾਡੇ ਜਿਹੜੇ ਅਫਸਰ ਆ ਵਿੱਚ ਵਿਚਾਰਲਾ ਕੋਈ ਰਾਹ ਕੱਢਦੇ ਆ, ਸਰਕਾਰ ਦੇ ਨਾਲ ਗੱਲ ਕਰਾਉਣ ਦੀ ਕੋਈ ਗੱਲ ਚੱਲਦੀ ਹੈ, ਫਿਰ ਕਿੱਥੇ ਹੱਲ ਨਿਕਲ ਸਕਦਾ ਹੁਣ ਇਹ ਮਸਲੇ ਦਾ? ਉਹ ਜੀ ਬਿਲਕੁਲ ਜਿਵੇਂ ਤੁਹਾਨੂੰ ਅਸੀਂ ਦੱਸਿਆ ਜੀ ਵੀ ਠੇਕੇਦਾਰੀ ਸਿਸਟਮ ਹੈ ਜਿਹੜੀ ਉਹ ਸਾਡੇ ਤੇ ਮਾਰੂ ਹੈ ਜੀ। ਸਾਡੇ ਤੇ ਉਹਨੇ ਇੰਨਾ ਪ੍ਰੈਸ਼ਰ ਪਾਇਆ ਵਾ, ਠੇਕੇਦਾਰ ਵੀ ਪ੍ਰੈਸ਼ਰ ਪਾਉਂਦਾ ਹੈ, ਸਾਡੇ ਤੇ ਮੈਨੇਜਮੈਂਟ ਵੀ ਪ੍ਰੈਸ਼ਰ ਪਾਉਂਦੀ ਹੈ। ਉਹ ਤੋਂ ਅੱਕ ਕੇ ਹੀ ਸਾਨੂੰ ਇੱਥੇ ਤੱਕ ਪਹੁੰਚਣਾ ਪਿਆ ਜੀ। ਉਸ ਤੋਂ ਵਿੱਚ ਦਾ ਹੱਲ ਕੋਈ ਫਿਲਹਾਲ ਤਾਂ ਹੈ ਨਹੀਂ। ਦਿਨ ਬਹੁਤ ਥੋੜੇ ਰਹਿ ਗਏ ਨਾ, ਹੁਣ ਮਿੱਲਾਂ ਚੱਲਣ ਨੂੰ ਕਿਸਾਨ ਬਾਹਰ ਬੈਠਾ, ਉਧਰੋਂ ਪ੍ਰੈਸ਼ਰ ਬਣਿਆ ਹੋਇਆ ਸਰਕਾਰ ਦੇ ਉੱਤੇ, ਮਿੱਲ ਤੇ ਅਫਸਰਾਂ ਦੇ ਉੱਤੇ ਵੀ ਪ੍ਰੈਸ਼ਰ ਹੋਣਾ ਵੀ ਮਿੱਲ ਚਲਾਉਣੀ ਆ। ਇੰਨੇ ਪ੍ਰੈਸ਼ਰ ਦੇ ਵਿੱਚ ਤੁਹਾਨੂੰ ਲੱਗਦਾ ਵੀ ਇੱਕਦਮ ਜਿਹੜਾ ਤੁਹਾਡੀ ਐਡੀ ਵੱਡੀ ਮੰਗ ਆ ਇਹ ਪੂਰੀ ਹੋ ਸਕਦੀ ਆ? ਨਹੀਂ, ਬਿਲਕੁਲ ਜੀ ਤੁਸੀਂ, ਪਰ ਗੱਲ ਇਹ ਹੈ ਕਿ ਟਾਈਮ ਮੰਗਣੇ ਖਾਤਰ ਤਾਂ ਕੋਈ ਬੰਦਾ ਸਾਡੇ ਕੋਲ ਨੁਮਾਇੰਦਾ ਤਾਂ ਅਪਰੋਚ ਕਰੇ, ਆਇਆ ਨਹੀਂ ਕੋਈ? ਬਿਲਕੁਲ ਨਹੀਂ ਜੀ। ਵਿਧਾਇਕ ਕੌਣ ਆ ਬਾਈ ਜੀ ਇੱਥੇ? ਡਾਕਟਰ ਚੰਨੀ ਹੈ ਜੀ। ਉਹਨਾਂ ਨਾਲ ਵੀ ਤੁਸੀਂ ਗੱਲ ਕੀਤੀ ਹੈ? ਅਸੀਂ ਗੱਲ ਕਰ ਲਈ, ਉਹ ਦਿਲਾਸਾ ਦੇ ਰਹੇ ਨੇ ਵੀ ਗੱਲ ਕਰਾਂਗੇ ਜੀ, ਬਸ ਵਿੱਚ ਵਿਚਾਲੇ ਜੇ ਗੱਲ ਚੱਲਦੀ ਹੈ, ਕੋਈ ਸਣੀ ਕਿ ਸੱਟਾ ਨਹੀਂ ਨਿਕਲਿਆ ਜੀ। ਉਹਦੇ ਸਭ ਤੋਂ ਪਹਿਲਾਂ 4-5 ਬੰਦੇ ਮਿਲ ਰੋਲ ਤੇ ਹੋ ਚੁੱਕੇ ਨੇ ਜੀ,
ਜਿਹੜੇ ਉਹ ਬੰਦੇ ਮਿਲ ਰੋਲ ਤੇ ਹੋ ਚੁੱਕੇ ਨੇ ਅਸੀਂ ਇਹਨਾਂ ਨੂੰ ਇਹ ਗੱਲ ਕਰਦੇ ਹਾਂ ਵੀ ਜਿੱਦਾਂ ਜਿਹੜੀ ਪਾਲਿਸੀ ਤਹਿਤ ਉਹ ਹੋਏ ਨੇ ਸਾਨੂੰ ਵੀ ਕਰ ਦਿਓ। ਇੱਕ ਪੀਐਨ ਉਰੇ ਕੰਮ ਕਰਨ ਦਾ 18000 ਲੈ ਰਿਹਾ ਹੈ, ਜਿਹੜਾ ਬੰਦਾ ਅੰਦਰ ਮਕੈਨੀਕਲ ਕੰਮ ਕਰਦਾ ਉਹ ਲੈ ਰਿਹਾ 9200 ਜੀ। ਪੀਐਨ ਉਰੇ 18000 ਲੈ ਰਿਹਾ ਕੰਮ ਕਰਨਾ, ਜਿਹੜਾ ਉਹ ਅਨਪੜ੍ਹ ਕਿੱਦਾਂ ਹੋਏ ਫਿਰ ਤੁਹਾਨੂੰ ਉਹਨਾਂ ਨੂੰ ਪੁੱਛੋ ਜੀ, ਸਾਨੂੰ ਤਾਂ ਦੱਸਦੇ ਨਹੀਂ ਇਹ, ਸਾਨੂੰ ਤਾਂ ਕਹਿ ਰਹੇ ਆ ਵੀ ਬਸ ਪਾਲਿਸੀ ਹੈ ਜੀ ਇਹ। ਤੁਹਾਨੂੰ ਕੀ ਲੱਗਦਾ ਫਿਰ ਵੀ ਕਿੱਦਾਂ ਹੋ ਗਏ ਉਹ? ਇਹ ਤਾਂ ਹੁਣ ਪਤਾ ਇਹਨਾਂ ਨੂੰ ਪਤਾ ਹੋਊਗਾ, ਇਹਨਾਂ ਦਾ ਕੰਮ ਆ ਜੀ, ਸਾਡਾ ਤਾਂ ਅੰਦਰ ਕੰਮ ਮਕੈਨੀਕਲ ਕੰਮ ਅਸੀਂ ਕਰਨ ਜਾਣਦੇ ਹਾਂ ਜੀ। ਇਹ ਹੁਣ ਅਫਸਰਾਂ ਨੂੰ ਪਤਾ ਜਿਹੜੇ ਲੱਖ ਰੁਪਏ ਤਨਖਾਹ ਲੈਂਦੇ, ਇਹਨਾਂ ਨੂੰ ਪੁੱਛੋ ਜੀ ਕਿਵੇਂ ਕਰਦੇ ਨੇ ਕੰਮ ਇਹ ਜੀ। ਬਾਈ ਜੀ ਕਿਵੇਂ ਦੇਖਦੇ ਹੋ, ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਇੱਥੇ? ਮੈਨੂੰ ਸਰ 3 ਸਾਲ ਹੋਣੇ ਵਾਲੇ ਆ। ਤੇ 3 ਸਾਲ ਹੋ ਗਏ ਤੁਹਾਨੂੰ ਹੁਣ ਕੰਮ ਕਰਦਿਆਂ ਨੂੰ ਇੱਥੇ, ਤੇ ਤੁਹਾਨੂੰ ਲੱਗਦਾ ਵੀ 3 ਸਾਲ ਬਾਅਦ ਜਿਹੜਾ ਹੈਗਾ ਗਵਰਨਮੈਂਟ ਜਿਹੜੀ ਹੁਣ ਨਵੀਂ ਆਈ ਆ ਉਹ ਕਰ ਸਕਦੀ ਹੈ? ਤੁਹਾਨੂੰ ਲੱਗਦਾ ਉਮੀਦ ਜਿਹੜੀ ਜਾਂ ਗਵਰਨਮੈਂਟ ਦੇ ਲਈ ਪੋਸੀਬਲ ਹੈਗਾ ਇਦਾਂ ਕਰਨਾ? ਜਿਹੜੀ ਮੰਗ ਤੁਹਾਡੀ ਤੁਹਾਨੂੰ ਲੱਗਦਾ ਵੀ ਜਾਇਜ਼ ਤੇ ਖੜੇ ਹੋ ਤੁਸੀਂ? ਸਰ ਇੱਦਾਂ ਦੇਖੋ, ਸਾਡੀ ਮੰਗ ਕੁਝ ਕੋਈ ਫालतू ਮੰਗ ਨਹੀਂ ਹੈਗੀ। ਜੇ ਕੋਈ ਪੱਕਾ ਮੁਲਾਜ਼ਮ ਸਾਡੀ ਦਾ ਕੰਮ ਕਰੇਗਾ ਤਾਂ ਉਹ ਲਏਗਾ 45-50 ਰੁਪਇਆ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ 45-50 ਰੁਪਇਆ ਦਿਓ। ਸਾਡੀ ਜੋ ਕਿਸੇ ਦੀ ਮੰਗ ਇਹ ਨਹੀਂ ਹੈਗੀ ਕਿ ਸਾਡੀ ਤਨਖਾਹ ਵਧਾਓ। ਸਾਨੂੰ ਸਿਰਫ ਇਹ ਹੈ ਕਿ ਜਿਹੜੀ ਪਾਲਿਸੀਜ਼ ਮਿਲਦੀਆਂ, ਚਾਹੇ ਉਹ ਤੁਹਾਡੀ ਐਕਸੀਡੈਂਟਲ ਹੈ ਵੀ ਸਾਡੀ ਕੋਈ ਐਕਸੀਡੈਂਟਲ ਹੋਣ ਸਾਡੀ ਸਪੋਰਟ ਕੌਣ ਕਰੇਗਾ, ਸਾਡੀ ਉਹ ਕੋਈ ਸਪੋਰਟ ਨਹੀਂ ਕਿਸੇ ਦੀ ਵੀ ਕਰਦਾ, ਸਾਨੂੰ ਉਹ ਪਾਲਿਸੀ ਲਾਗੂ ਕੀਤਾ ਜਾਵੇ। ਹੁਣ ਓਵਰ ਟਾਈਮ ਜੇ ਅਸੀਂ ਲਾਉਂਦੇ ਹਾਂ ਸਾਨੂੰ ਉਨਾ ਹੀ ਮਿਲਣਾ ਹੈ। ਜੇ ਕੋਈ ਪੱਕਾ ਮੁਲਾਜ਼ਮ ਓਵਰ ਟਾਈਮ ਲਾਉਂਦਾ ਹੈ, ਜਿਹੜੇ ਪਰਮਾਨੈਂਟ ਨੇ ਉਹਨਾਂ ਨੂੰ ਡਬਲ ਮਿਲਦਾ ਉਹਨਾਂ ਨੂੰ। ਤੇ ਸਰ ਕੰਮ ਅਸੀਂ ਜ਼ਿਆਦਾ ਕਰਦੇ ਹਾਂ, ਬਰਾਬਰ ਦਾ ਕਰਦੇ ਹਾਂ, ਸਾਡਾ ਓਵਰ ਟਾਈਮ ਪ੍ਰੋਪਰ ਕਿਉਂ ਨਹੀਂ ਮਿਲਦਾ ਹੈਗਾ? ਇਹ ਸਿਰਫ ਇਹੀ ਚੀਜ਼ਾਂ ਨੇ। ਬਾਕੀ ਹਰ ਵਾਰੀ ਸਾਨੂੰ ਸੈਂਕਸ਼ਨ ਕਰਾਉਣ ਵਾਸਤੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ। ਇਹ ਮਸਲਾ ਉਹ ਸਮੇਂ 'ਚ ਫਸਿਆ ਹੋਇਆ, ਹੁਣ ਜਦੋਂ ਬਿਲਕੁਲ ਸਾਰੇ ਪਾਸੇ ਪੂਰਾ ਪ੍ਰੈਸ਼ਰ ਲੱਗਿਆ ਹੋਇਆ। ਹੁਣ ਕੋਈ ਅਜਿਹਾ ਫੈਸਲਾ ਵੀ ਹੋ ਸਕਦਾ ਜਿਹੜਾ ਬਿਲਕੁਲ ਤੁਹਾਡੇ ਖਿਲਾਫ ਹੋਵੇ? ਜੇ ਸਰਕਾਰ ਨੇ ਇਹ ਕਿਹਾ ਤਾਂ ਵੀ ਸਾਰਿਆਂ ਨੂੰ ਕੱਢ ਦਿਓ, ਨਵੀਂ ਭਰਤੀ ਕਰ ਲਓ। ਸਰ 10,000 ਦੇਖੋ, ਬਾਹਰ ਦਿਹਾੜੀਦਾਰ ਵੀ 600 ਰੁਪਏ ਦਿਹਾੜੀ ਲੈਂਦਾ ਹੈ। ਜੇ ਮੈਂ ਕਾਊਂਟ ਕਰਾਂ ਤਾਂ 20 ਦਿਹਾੜੀਆਂ ਕਿਤੇ ਨਹੀਂ ਗਈਆਂ ਹੈਗੀਆਂ ਨਾ। 10,000 ਮੈਂ ਇੱਥੇ ਮਰ ਕੇ ਅਸੀਂ 2-2 3-3 ਬੰਦਿਆਂ ਦਾ ਕੰਮ ਕਰਦੇ ਹਾਂ, ਸਿਰਫ ਇਸ ਹੋਪ ਦੇ ਚੱਕਰ 'ਚ ਕਿ ਸਾਡਾ ਅੱਗੇ ਫਿਊਚਰ ਬ੍ਰਾਈਟ ਹੋਏਗਾ। ਬਟ ਸਾਰੇ ਪੜ੍ਹੇ ਲਿਖੇ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਬਟ ਸਰਕਾਰ ਨਹੀਂ ਸੁਣ ਰਹੀ। ਪਿਛਲੇ 2-3 ਸਾਲਾਂ ਤੋਂ ਇਹ ਚੀਜ਼ ਹੁੰਦੀ ਆ ਰਹੀ ਹੈ। ਹਰ ਵਾਰੀ ਅਨੁਵਾਸ਼ਨ ਦਿਆ ਜਾਂਦਾ ਸਰਕਾਰ ਵੱਲੋਂ, ਅਸੀਂ ਕਰਾਂਗੇ ਬਟ ਸਰ ਕੁਝ ਨਹੀਂ ਹੁੰਦਾ ਹੈਗਾ ਚੀਜ਼ਾਂ। ਰੌਲਾ ਸਿਰਫ ਸਾਨੂੰ ਇਸ ਗੱਲ ਦਾ, ਚਲੋ ਗਵਰਨਮੈਂਟ ਨਵੀਂ ਬਣੀ ਹੈ, ਟਾਈਮ ਦੇਣਾ ਬਣਦਾ ਹੈ, ਬਟ ਸਾਡੀ ਮੇਨ ਜਿਹੜੀ ਮੈਨੇਜਮੈਂਟ ਹੈ, ਸਾਡਾ ਬੋਰਡ ਆਫ ਡਾਇਰੈਕਟਰ ਹੈ, ਉਹ ਤਾਂ ਸਰ ਪੁਰਾਣੇ ਨੇ। ਸਾਡੇ ਆਪਣੇ ਸਾਰੇ ਏਰੀਆ ਦੇ ਲੋਕ ਨੇ, ਸਾਡੀ ਆਪਣੀ ਮਿਲ ਹੈ, ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਇੱਕੇ ਅਦਾਰਾ ਸਾਡੀ ਇਸ ਏਰੀਆ ਦਾ ਨਾ ਇਹਨੂੰ ਕੁਝ ਹੋਵੇ। ਅਸੀਂ ਇਹਨੂੰ ਬਚਾਉਣ ਵਾਸਤੇ ਸਰ ਤਾਂ ਹੀ ਬਚਾਂਗੇ ਨਾ। ਜੇ ਸਾਡਾ ਹੀ ਫਿਊਚਰ ਨਹੀਂ ਹੋਏਗਾ ਤਾਂ ਮਿਲ ਦਾ ਕੀ ਫਿਊਚਰ ਬਣੇਗਾ ਸਰ? ਜੇ ਨਹੀਂ ਕਿਸੇ ਪਾਸੇ ਬਈ ਹੱਲ ਲੱਗਦਾ ਫਿਰ ਥੋੜੇ ਦਿਨਾਂ ਦੇ ਵਿੱਚ, ਫਿਰ ਕੀ ਅੱਗੇ? ਅਸੀਂ ਸਰ ਸੜਕਾਂ ਤੇ ਉਤਰਾਂਗੇ, ਕਿਸਾਨ ਜਥੇਬੰਦੀ ਨੂੰ ਬੁਲਾਵਾਂਗੇ, ਇੱਥੇ ਮਰ ਜਾਾਂਗੇ ਅਸੀਂ, ਪਰ ਅੰਦਰ ਨਹੀਂ ਜਾਵਾਂਗੇ ਜੀ। ਸਾਡਾ ਜਿੰਨਾ ਚਿਰ ਮਸਲਾ ਹੱਲ ਨਹੀਂ ਕਰਦੇ ਹੈਗੇ ਜੀ, ਸਾਡੇ ਬੰਦੇ ਉਰੇ ਮਰਨ ਨੂੰ ਤਿਆਰ ਨੇ ਜੀ। ਜਿਹੜੇ ਕਿਸਾਨਾਂ ਦਾ ਫਿਰ ਬਾਹਰ ਨੁਕਸਾਨ ਹੋਣਾ ਇਸ ਮੇਲੇ 'ਚ ਨਾ ਆਉਣ ਕਰਕੇ? ਕਿਸਾਨ ਆ ਸਰ, ਸਾਡਾ ਨੁਕਸਾਨ ਹੋ ਰਿਹਾ। ਸਾਨੂੰ ਮੈਂ ਫੇਰ ਗੱਲ ਰਿਪੀਟ ਕਰ ਰਿਹਾ, ਮੇਰਾ 2000 ਕੁਇੰਟਲ ਗੰਨਾ ਹੋਣਾ, ਸਾਡਾ ਨੁਕਸਾਨ ਹੋ ਰਿਹਾ ਜੀ। ਸਾਡੇ ਖੇਤ ਖਾਲੀ ਹੋਣਗੇ ਤਾਂ ਅਸੀਂ ਅੱਗੇ ਕਣਕਾਂ ਬੀਜਾਂਗੇ, ਤਾਂ ਸਾਡਾ ਅੱਗੇ ਪੈਦਾਵਾਰ ਚੱਲੂਗੀ। ਸਾਡਾ ਨੁਕਸਾਨ ਹੋ ਰਿਹਾ। ਜਿਹੜਾ ਸਾਰਾ ਇਲਾਕੇ ਦਾ ਕਿਸਾਨ ਆ ਉਹ ਵੀ ਤੁਹਾਡੇ ਨਾਲ ਡੀਲ ਕਰਦਾ ਹੀ ਹੋਣਾ? ਸਾਡੇ ਨਾਲ ਖੜਾ ਜੀ। ਕਿਸਾਨ ਤਾਂ ਇਹ ਗੱਲ ਕਹਿ ਰਿਹਾ, ਤੁਸੀਂ ਦੱਸੋ ਅਸੀਂ ਟਰਾਲੀਆਂ ਲੈ ਕੇ ਆ ਜਾਂਦੇ, ਇਹਨਾਂ ਦੇ ਉਰੇ ਲਿਆਉਂਦੇ, ਅਸੀਂ ਮਿੱਲ ਦੇ ਵਿੱਚ ਖੜਾਉਂਦੇ, ਇਹਨਾਂ ਦੇ ਜਮ੍ਹਾਂ ਕਰਦੇ ਆ। ਕਿਸਾਨਾਂ ਦੇ ਬੱਚੇ ਨੇ, ਜ਼ਿਮੀਂਦਾਰਾਂ ਦੇ ਬੱਚੇ ਨੇ, ਮਜ਼ਦੂਰਾਂ ਦੇ ਬੱਚੇ ਨੇ, ਸਾਰੇ ਇੱਥੇ ਰਲ ਮਿਲ ਕੇ ਬੱਚੇ ਨੇ ਜੀ, ਸਾਰੇ ਇੱਥੇ ਉਹਨਾਂ ਦੇ ਭਰਾ ਅਸੀਂ ਬੱਚੇ ਆ ਉਰੇ, ਪਰ ਸਾਡੀ ਸੁਣਵਾਈ ਨਹੀਂ ਹੈ ਜੀ ਕੋਈ। ਅਸੀਂ ਦੱਸੋ ਕਿਹੜੇ ਪਾਸੇ ਜਾਈਏ? ਸਾਡਾ ਕੋਈ ਰਿਕਾਰਡ ਨਹੀਂ ਹੈ, ਕੋਈ ਸੁਣਵਾਈ ਨਹੀਂ ਹੈ। ਇੱਕ ਬੰਦੇ ਦੀ ਪਿਛਲੇ ਸਾਲ ਡੈਥ ਹੋ ਗਈ ਸਰ, ਇਹਨਾਂ ਚੋਂ ਕੋਈ ਵੀ ਬੰਦਾ ਉਹਦੇ ਸੰਸਕਾਰ ਤੇ ਨਹੀਂ ਗਿਆ, ਭੋਗ ਤੇ ਨਹੀਂ ਗਿਆ, ਘਰਾਂ ਅਫਸੋਸ ਕਰਨ ਨਹੀਂ ਗਿਆ ਮੈਨੇਜਮੈਂਟ ਦਾ ਬੰਦਾ। ਪੰਜਾਬ ਦੇ ਮੁੱਖ ਮੰਤਰੀ ਤਾਂ ਆਪ ਕਹਿੰਦੇ ਕਿ ਮੈਂ ਤਾਂ ਆਪ ਕਿਸਾਨ ਦਾ ਪੁੱਤ ਆ, ਮੈਂ ਖੇਤੀ ਵੀ ਸਾਰੀ ਕਰੀ, ਸਾਰੇ ਤਜਰਬੇ, ਮੈਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ ਹੈ, ਵੀ ਤੁਸੀਂ ਹੌਸਲਾ ਰੱਖੋ ਵੀ ਮੈਨੂੰ ਇਹ ਸਾਰੀਆਂ ਸਮੱਸਿਆਵਾਂ ਮੇਰੇ ਤੋਂ ਲੁਕੀਆਂ ਨਹੀਂ ਹੋਈਆਂ। ਤੁਸੀਂ ਫਿਰ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਵੀ ਕਿਸਾਨ ਇੱਕ ਜਿਹੜਾ ਹੈਗਾ ਇੱਕ ਕਿਸਾਨ ਦੇ ਖਿਲਾਫ ਨਹੀਂ ਜਾ ਸਕਦਾ? ਸਰ ਵਿਸ਼ਵਾਸ ਉਦੋਂ ਹੁੰਦਾ ਜਦੋਂ ਕੋਈ ਮਾੜਾ ਮੋਟਾ ਸਾਨੂੰ ਕੋਈ ਸਬੂਤ ਦੇਵੇ, ਕੋਈ ਆ ਕੇ ਸਾਡੇ ਨਾਲ ਗੱਲ ਕਰੇ, ਕੋਈ ਇਹ ਗੱਲ ਕਹੇ ਵੀ ਹਾਂ ਤੁਹਾਡੀ ਅਸੀਂ ਕਾਰਵਾਈ ਕਰ ਰਹੇ ਹਾਂ, ਤੁਸੀਂ ਮਿਲ ਤਾਂ ਚਲਾਓ, ਕੰਮ ਤਾਂ ਕਰੋ, ਮਾੜੀ ਮੋਟੀ ਤਨਖਾਹ ਵਧਾਓ। ਸਾਡੇ ਨਾਲ ਕੋਈ ਇਹ ਟਰੀਟ ਨਹੀਂ ਕਰ ਰਹੇ, ਚੰਗਾ ਟਰੀਟ ਨਹੀਂ ਕਰ ਰਹੇ, ਬਹੁਤ ਬੈਡਲੀ ਬਿਹੇਵ ਕਰ ਰਹੇ ਆ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਤਨਖਾਹ ਸਿਰਫ 300 ਰੁਪਏ ਵਧਾਉਣ ਨੂੰ ਕਿਹਾ, ਜਿਹੜੇ ਬੰਦੇ ਦੀ 9200 ਉਹਦੀ ਵਧਾ ਕੇ ਸਰਕਾਰ ਨੇ ਕਿਹਾ ਤੁਹਾਨੂੰ ਲੱਗਦਾ? ਜੀਐਮ ਸਾਹਿਬ ਕਹਿ ਰਹੇ ਨੇ। ਨਹੀਂ, ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਰਿਹਾ ਨਾ, ਵੀ ਤੁਹਾਨੂੰ ਲੱਗਦਾ ਵੀ ਹੱਲ ਹੋਊਗਾ? ਮੁੱਖ ਮੰਤਰੀ ਸਾਹਿਬ ਤੇ ਕਿੰਨਾ ਭਰੋਸਾ ਤੁਹਾਨੂੰ? ਮੁੱਖ ਮੰਤਰੀ ਸਾਹਿਬ ਤੋਂ ਅਸੀਂ ਪਿਛਲੇ 1 ਸਾਲ ਦੇ ਚਿੱਠੀਆਂ ਪਾਉਂਦੇ ਆ ਰਹੇ ਹਾਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੋਈ ਸੁਣਵਾਈ ਤਾਂ ਹੋਵੇ, ਸਾਡੀ ਕੋਈ ਸੁਣਵਾਈ ਨਹੀਂ ਹੈ। ਅਸੀਂ ਮੁੱਖ ਮੰਤਰੀ ਸਾਹਿਬ, ਜੇ ਕੋਈ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਹੁਣ ਵੀ ਠੇਕੇਦਾਰੀ ਸਿਸਟਮ ਬੰਦ ਕਰੋ, ਠੀਕ ਆ, ਇਹ ਕਹਿ ਰਹੇ ਸਾਡੇ ਕੋਲ ਨੋਟੀਫਿਕੇਸ਼ਨ ਆਵੇ, ਇਹ ਕਹਿੰਦੇ ਸਾਡੇ ਕੋਲ ਨੋਟੀਫਿਕੇਸ਼ਨ ਨਹੀਂ ਹੈ। ਮੁੱਖ ਮੰਤਰੀ ਸਾਹਿਬ ਦਾ ਬਾਰ-ਬਾਰ ਇੱਕੋ ਬਿਆਨ ਆ ਰਿਹਾ ਹੈ ਵੀ ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੇ ਤੁਸੀਂ ਭਰਤੀ ਕਰੋ ਜੀ। ਪਰ ਉਹ ਤਾਂ ਇਹ ਵੀ ਕਹਿੰਦੇ ਸੀ, ਹਾਂਜੀ ਦੱਸੋ ਸਰ ਡੀਸੀ ਰੇਟ ਲਾਗੂ ਕੀਤਾ ਜਾਂਦਾ ਇੱਥੇ। ਜੇ ਮੁੱਖ ਮੰਤਰੀ ਸਾਹਿਬ ਚਾਹਣ ਤਾਂ ਡੀਸੀ ਰੇਟ ਤੁਸੀਂ ਹਾਈਐਸਟ ਕਰ ਦਿਓ, ਉਸ ਡੀਸੀ ਰੇਟ ਨੂੰ ਇਨਕਰੀਜ਼ ਕਰ ਦਿਓ। ਡੀਸੀ ਰੇਟ 'ਚ ਇਨਕਰੀਜ਼ ਹੁਣ ਹੋਈ ਸੀ 300 ਰੁਪਏ ਹੋਈ ਸਾਰੀ, ਤੇ ਸਰ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਵੀ
10000 ਦੇ ਵਿੱਚ ਕਿਹੜੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਜੀ ਦੱਸੋ? ਫਿਰ ਕੀ ਲੱਗਦਾ ਮੁੱਖ ਮੰਤਰੀ ਸਾਹਿਬ ਜਿਹੜੇ ਬਿਆਨ ਦਿੰਦੇ ਫਿਰ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ? ਕੀ ਸਮਝਦੇ ਹੋ ਇਸ ਚੀਜ਼ ਨੂੰ ਫਿਰ? ਨਹੀਂ ਸਰ, ਵੈਲਿਊ ਨਹੀਂ ਕਹਿੰਦਾ ਮੈਂ ਸਿਰਫ ਇਹ ਕਹਿਣਾ ਕਿ ਇੱਕ ਵਾਰ ਉਹਨਾਂ ਦਾ ਨਜ਼ਰੀਆ ਪਤਾ ਉਹਨਾਂ ਨੂੰ ਵੀ ਪਿੱਛੇ ਹੋ ਚੁੱਕਿਆ। ਬਟ ਸਰ ਬੱਚੇ ਕੰਮ ਕਰਦੇ ਨੇ 10-10 ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਔਰ ਹਜੇ ਵੀ 10000 ਦੀ ਬੈਠੇ ਨੇ ਉਹ। ਤੇ ਥੋੜਾ ਜਿਹਾ ਮੰਤਰੀ ਸਾਹਿਬ ਨੂੰ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਮਿਲਾਂ ਦਾ ਭਵਿੱਖ ਉਜਵਲ ਹੋ ਸਕੇ ਸਰ। ਬਿਲਕੁਲ, ਜਿੱਥੇ ਹੁਣ ਧਰਨੇ ਸੜਕਾਂ ਦੇ ਉੱਤੇ ਤਾਂ ਹੈਗੇ ਹੀ ਨੇ, ਕਿਸਾਨ ਬੈਠੇ ਆ ਗੰਨਿਆਂ ਦੀ ਟਰਾਲੀਆਂ ਲੈ ਕੇ ਸੜਕਾਂ ਦੇ ਉੱਤੇ ਬੈਠੇ, ਜ਼ੋਰ ਪਾਇਆ ਜਾ ਰਿਹਾ ਕਿ ਜਲਦੀ ਮਿਲਾਂ ਚਲਾਈਆਂ ਜਾਣ ਕਿਉਂਕਿ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਗੰਨਾ ਪਿੜਾਈ ਦੇ ਲਈ ਤਿਆਰ ਹੋ ਜਾਂਦਾ ਹੈ। ਸੋ ਕਿਸਾਨ ਤਾਂ ਇਹ ਕਹਿ ਰਹੇ ਕਿ ਪਹਿਲੇ ਹਫਤੇ ਦੇ ਵਿੱਚ ਗੰਨਾ ਮੰਡੀਆਂ ਮਿੱਲਾਂ ਦੇ ਵਿੱਚ ਆਉਣਾ ਸ਼ੁਰੂ ਹੋਣਾ ਚਾਹੀਦਾ, ਪਰ ਫਿਰ ਵੀ ਸਰਕਾਰ ਕਹਿੰਦੀ 20 ਤਰੀਕ ਤੱਕ ਆਊਗਾ। ਪਰ ਜਿਸ ਤਰ੍ਹਾਂ ਦੇ ਮੋਰਿੰਡਾ ਦੀ ਇਹ ਮਿੱਲ ਦੇ ਹਾਲਾਤ ਆ, ਜਿਸ ਤਰ੍ਹਾਂ ਇਹ ਸਾਰੇ ਵਰਕਰ ਬਾਹਰ ਖੜੇ ਆ, ਲੱਗਦਾ ਕਿ ਕਿਸਾਨਾਂ ਦਾ ਇਸ ਇਲਾਕੇ ਦਾ ਗੰਨਾ ਤਾਂ ਇੱਥੇ ਅਗਲੇ ਮਹੀਨੇ ਤੱਕ ਵੀ ਨਹੀਂ ਪਹੁੰਚਦਾ। ਪਰ ਦੇਖਣਾ ਹੋਊਗਾ ਕਿ ਹੱਲ ਹੁਣ ਜੇ ਨਿਕਲਦਾ ਤਾਂ ਕਿਸ ਤਰ੍ਹਾਂ ਨਿਕਲਦਾ, ਕਦੋਂ ਨਿਕਲਦਾ ਤੇ ਸਰਕਾਰ ਇਹਨਾਂ ਦੇ ਲਈ ਕੀ ਕਰਦੇ ਆ, ਇਹ ਖੁਸ਼ ਹੁੰਦੇ ਆ ਜਾਂ ਫਿਰ ਇਹਨਾਂ ਦੀ ਸਮੱਸਿਆਵਾਂ ਹੋਰ ਵੱਧਦੀਆਂ, ਇਹ ਆਉਣ ਵਾਲਾ ਸਮਾਂ ਦੱਸੂਗਾ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਮੋਰਿੰਡਾ।